ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭਨਾਂ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 156ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੁਣ ਕੀਰਤ ਨਿਧ ਮੋਰੀ ਰਹਾਓ। ਗੁਣ ਕੀਰਤ ਨਿਧ ਮੋਰੀ ਰਹਾਓ। ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ। ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ। ਤੂੰ ਹੀ ਮਾਨ ਤੂੰ ਹੀ ਤਾਨ ਤੂੰ ਹੀ ਪਤ ਤੂੰ ਹੀ ਪ੍ਰਾਨ। ਤੂੰ ਹੀ ਮਾਨ ਤੂੰ ਹੀ ਤਾਨ ਤੂੰ ਹੀ ਪਤ ਤੂੰ ਹੀ ਪ੍ਰਾਨ। ਗੁਰ ਟੁੱਟੀ ਲੈ ਜੋਰੀ ਗੁਰ ਟੁੱਟੀ ਲੈ ਜੋਰੀ। ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਓ। ਤੂੰ ਹੀ ਸੁਨ ਹੈ ਨਾਨਕ ਨੇਰ ਨੇਰੀ। ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਓ। ਤੂੰ ਹੀ ਸੁਨ ਹੈ ਨਾਨਕ ਨੇਰ ਨੇਰੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਅਸੀਂ ਜਿੱਥੇ ਮਰਜ਼ੀ ਹੋਈਏ, ਪਹਿਲੀ ਲਾਈਨ 'ਚ ਪੰਕਤੀ 'ਚ ਤਾਂ ਗੁਰੂ ਜੀ ਕਹਿੰਦੇ ਹਨ, ਤੇਰੇ ਵਡਿਆਈ ਤੇਰੀ ਕਿਰਤ ਸਾਡੇ ਵਾਸਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਇੱਕ ਸਾਡੇ ਵਾਸਤੇ ਗੁਰੂਆਂ ਦੀ ਦਾਤ ਖਜ਼ਾਨਾ ਹੈ ਜੀ। ਸੋ ਗੁਰੂ ਜੀ ਕਹਿੰਦੇ ਹਨ ਕਿ ਤੁਸੀਂ ਭਾਵੇਂ ਜਿੱਥੇ ਮਰਜ਼ੀ ਹੋਵੋ ਜੀ, ਅਤੇ ਭਾਵੇਂ ਕਿਸੇ ਪਿੰਡ 'ਚ ਕਿਸੇ ਸ਼ਹਿਰ 'ਚ ਕਿਸੇ ਦੁਨੀਆਂ ਦੇ ਕਿਸੇ ਪਾਸੇ ਜੰਗਲਾਂ 'ਚ ਹੋਵੋ ਜੀ, ਤੁਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਨਾਲ ਜੁੜ ਸਕਦੇ ਹੋ ਜੀ। ਕਿਉਂਕਿ ਗੁਰੂ ਜੀ ਦੱਸਦੇ ਨਾ, ਇਹ ਸਾਰੀ ਸ੍ਰਿਸ਼ਟੀ ਤੁਸੀਂ ਘਰ ਵਿੱਚ ਆਪਣੇ ਆਪ ਨਾਲ ਅੰਦਰ ਤੋਂ ਲੈ ਕੇ ਘਰ ਸ਼ਹਿਰ ਪਿੰਡ ਮੁਲਕ ਦੁਨੀਆ ਦੇ ਅੰਦਰ ਸਭ ਜਗ੍ਹਾ ਪਰਮੇਸ਼ਰ ਹੀ ਵਿਆਪਕ ਹੈ ਜੀ, ਜੋ ਕਿ ਸਾਡੇ ਅੰਦਰ ਵੀ ਹੈ ਜੀ। ਅਸੀਂ ਕਿਸੇ ਜਗ੍ਹਾ ਵਿੱਚ ਵੀ ਰਹਿ ਕੇ ਪਰਮੇਸ਼ਰ ਦੇ ਨੂੰ ਅਸੀਂ ਉਸਦਾ ਰਸ ਮਾਣ ਸਕਦੇ ਹਾਂ ਜੀ। ਸ਼ਬਦ ਗੁਰੂ ਜੀ ਸਾਨੂੰ ਦੱਸਦੇ ਹਨ, ਹੇ ਪਰਮੇਸ਼ਰ, ਤੁਹਾਡੇ ਗੁਣਾਂ ਦੀ ਮੈਂ ਵਡਿਆਈ ਕਿਸ ਤਰ੍ਹਾਂ ਕਰਾਂ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰਾਹੀਂ ਮੈਂ ਤੁਹਾਡੀ ਵਡਿਆਈ ਨੂੰ ਸਮਝ ਸਕਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਮੇਰੇ ਵਾਸਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਗੁਣ ਕੀਰਤ ਨਿਧ ਮੋਰੀ। ਭਾਵ ਮੇਰੇ ਵਾਸਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹੀ ਨੌ ਨਿਧੀਆਂ ਦਾ ਖਜ਼ਾਨਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ। ਗੁਰੂ ਜੀ ਕਹਿੰਦੇ ਹਨ, ਮੇਰੇ ਲਈ ਤੁਸੀਂ ਹੀ ਸਰਬ ਪਦਾਰਥਾਂ ਦਾ ਰਸ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਤੁਸੀਂ ਹੀ ਪਰਮੇਸ਼ਰ ਹਰ ਪ੍ਰਕਾਰ ਦੀ ਮੇਰੇ ਵਾਸਤੇ ਵਡਿਆਈ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਤੁਸੀਂ ਹੀ ਮੇਰੇ ਵਾਸਤੇ ਸੁੰਦਰ ਰੂਪ ਹੋ ਜੀ। ਕਿ ਇਹ ਇੰਨੀ ਬਿਊਟੀਫੁਲ ਸੁੰਦਰ ਦੁਨੀਆ ਸਰੀਰ ਤੋਂ ਲੈ ਕੇ ਸਭ ਦੁਨੀਆ ਤੁਸੀਂ ਹੀ ਸਾਜੀ ਹੋਈ ਹੈ ਜੀ। ਅਤੇ ਗੁਰੂ ਜੀ ਕਹਿੰਦੇ ਹਨ, ਤੁਸੀਂ ਹੀ ਰੰਗ ਰਸ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹੈ, ਪਰਮੇਸ਼ਰ ਮੈਨੂੰ ਕੇਵਲ ਅਤੇ ਕੇਵਲ ਤੁਹਾਡੀ ਹੀ ਇੱਕ ਆਸ ਹੈ ਜੀ, ਅਤੇ ਤੁਹਾਡੀ ਹੀ ਟੇਕ ਸਹਾਰਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਤੁਸੀਂ ਹੀ ਮੇਰੇ ਲਈ ਮਾਣ ਆਦਰ ਹੋ ਜੀ। ਫਿਰ ਗੁਰੂ ਜੀ ਕਹਿੰਦੇ ਅਤੇ ਤੁਸੀਂ ਹੀ ਮੇਰੇ ਵਾਸਤੇ ਧਨ ਪਦਾਰਥ ਹੋ ਜੀ, ਅਤੇ ਤੁਸੀਂ ਮੈਨੂੰ
ਇੱਜ਼ਤ ਦਿਵਾਉਣ ਵਾਲੇ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਤੁਸੀਂ ਹੀ ਮੇਰੇ ਜਿੰਦ ਦੇ ਸਵਾਸ ਪ੍ਰਾਣ ਹੋ ਜੀ। ਭਾਵ ਇਸ ਜ਼ਿੰਦਗੀ ਸਰੀਰ ਦੇ ਵਿੱਚ ਜੋ ਸਵਾਸ ਪ੍ਰਾਣ ਹਨ ਜੀ, ਉਹ ਵੀ ਤੁਹਾਡੀ ਹੀ ਦਾਤ ਹੈ ਜੀ। ਅੱਜ ਸਵਾਸ ਤੁਸੀਂ ਲੈ ਜਾਓ ਤੇ ਸਰੀਰ ਮਿੱਟੀ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਪਰਮੇਸ਼ਰ ਗੁਰੂ ਨੇ ਮੇਰੀ ਟੁੱਟੀ ਹੋਈ ਪ੍ਰੀਤ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਤੁਹਾਡੇ ਨਾਲ ਜੋੜ ਦਿੱਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਤੁਸੀਂ ਹੀ ਮੇਰੇ ਅੰਦਰ ਹੋ, ਮੇਰੇ ਘਰ ਵਿੱਚ ਹੋ, ਮੇਰੇ ਸ਼ਹਿਰ 'ਚ ਹੋ, ਮੇਰੇ ਮੁਲਕ 'ਚ, ਮੇਰੀ ਦੁਨੀਆ ਵਿੱਚ ਹੋ ਜੀ, ਅਤੇ ਜੰਗਲ ਬਿਆਬਾਨ 'ਚ ਵੀ ਤੁਸੀਂ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਤੁਸੀਂ ਹੀ ਪਰਮੇਸ਼ਰ ਹਰ ਜਗ੍ਹਾ ਭੀੜ ਵਿੱਚ ਅਤੇ ਸੁੰਨਸਾਨ ਜੰਗਲਾਂ ਵਿੱਚ ਵੀ ਤੁਸੀਂ ਹੀ ਵਿਆਪਕ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਪਰਮੇਸ਼ਰ ਫਿਰ ਵੀ ਤੁਸੀਂ ਸਭ ਨੇੜੇ ਤੋਂ ਨੇੜੇ ਵਸਦੇ ਹੋ। ਭਾਵ ਹਰ ਜਗ੍ਹਾ ਤੁਸੀਂ ਵਿਆਪਕ ਹੋ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਅਸੀਂ ਕਿਸੇ ਟਾਈਮ ਵੀ ਆਪਣੇ ਅੰਦਰ ਨਾਲ ਜੁੜ ਸਕਦੇ ਹਾਂ ਜੀ, ਅਤੇ ਆਪਣੇ ਅੰਦਰ ਪਰਮੇਸ਼ਰ ਹਰ ਨੂੰ ਨਾਲ ਮਿਲ ਸਕਦੇ ਹਾਂ ਜੀ, ਕਿਉਂਕਿ ਉਹ ਪਰਮੇਸ਼ਰ ਹਰ ਸਭਨਾਂ ਦੇ ਅੰਦਰ ਹੈ ਜੀ, ਹਰ ਜਗ੍ਹਾ ਹੈ ਜੀ। ਇਹ ਸਾਰੀ ਸ੍ਰਿਸ਼ਟੀ ਉਸੇ ਦੀ ਸਾਜੀ ਹੈ ਹੋਈ ਹੈ ਜੀ, ਅਤੇ ਉਹ ਹੀ ਸਭਨਾਂ 'ਚ ਵਿਆਪਕ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਦੱਸਦੇ ਹਨ, ਤੂੰ ਹੀ ਗ੍ਰਹਿ ਤੂੰ ਹੀ ਬਨ, ਤੂੰ ਹੀ ਗਾਓ ਤੂੰ ਹੀ ਸੁਣ, ਤੂੰ ਹੀ ਗ੍ਰਹਿ ਤੂੰ ਹੀ ਬਨ, ਤੂੰ ਹੀ ਗਾਓ ਤੂੰ ਹੀ ਸੁਣ। ਭਾਵ ਪਰਮੇਸ਼ਰ ਸਾਡੇ ਸਾਰਿਆਂ ਅੰਦਰ ਤੁਸੀਂ ਹੀ ਮੌਜੂਦ ਹੋ, ਅਤੇ ਹਰ ਜਗ੍ਹਾ ਬਾਹਰ ਅੰਦਰ ਸ਼ਹਿਰਾਂ ਦੁਨੀਆ ਵਿੱਚ ਵਿਆਪਕ ਹੋ ਜੀ। ਭਾਵ ਇਹ ਸਾਰੀ ਸ੍ਰਿਸ਼ਟੀ ਕਰਤਾ ਪੁਰਖ ਪਰਮੇਸ਼ਰ ਏਕ ਓਂਕਾਰ ਦੀ ਸਾਜੀ ਹੋਈ ਹੈ ਜੀ, ਅਤੇ ਸਭਨਾਂ ਵਿੱਚ ਉਹ ਪਰਮੇਸ਼ਰ ਅੰਦਰ ਵੀ ਬੈਠਾ ਹੋਇਆ ਹੈ ਜੀ, ਅਤੇ ਸਭਨਾਂ ਜਗ੍ਹਾਵਾਂ 'ਤੇ ਉਹ ਆਪ ਹੀ ਵਿਆਪਕ ਹੈ ਜੀ। ਗੁਰੂ ਜੀ ਦੱਸਦੇ ਹਨ ਕਿ ਹਰ ਪਾਸੇ ਪਰਮੇਸ਼ਰ ਹਰੀ ਦਾ ਰਸ ਮਾਣਨ ਵਾਲੀ ਸੁਰਤ ਜੋ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਸ ਵਿੱਚ ਭਿੱਜ ਚੁੱਕੀ ਹੈ ਜੀ, ਉਸ ਦੀ ਵਿਆਖਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਤੱਕ ਜੀਵ ਦੀ ਸੁਰਤ ਆਪਣੇ ਰੂਪ ਰੰਗ 'ਤੇ ਮਸਤ ਹੈ ਜੀ, ਉਹ ਆਪਣੇ ਆਪ ਨੂੰ ਬੜਾ ਬਲਵਾਨ ਸਮਝਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਆਪਣੇ ਮਾਲ ਧਨ ਉੱਤੇ, ਆਪਣੇ ਪਦਾਰਥਾਂ ਉੱਤੇ ਬੜਾ ਮਾਣ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਆਪਣੀ ਮੱਤ ਉੱਤੇ ਗਿਆਨ ਜੋ ਉਸਨੇ ਹਾਸਲ ਕੀਤਾ ਹੈ, ਉਸ ਦਾ ਵੀ ਉਸਨੂੰ ਬੜਾ ਤਾਣ ਹੈ ਕਿ ਮੈਂ ਬੜੇ ਧਨ ਪਦਾਰਥ ਇਕੱਠੇ ਕਰ ਲਏ ਹਨ ਅਤੇ ਗਿਆਨ ਹਾਸਲ ਕਰ ਲਿਆ ਹੈ ਜੀ। ਇਸ ਦਾ ਵੀ ਉਸਨੂੰ ਬੜਾ ਤਾਣ ਭਾਵ ਹੰਕਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਤੱਕ ਉਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਨਹੀਂ ਜੁੜਿਆ ਜੀ, ਇਹ ਸਾਰੇ ਮੋਹ ਮਾਇਆ ਵਿਕਾਰ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰ ਨਾਲ ਟੁੱਟੀ ਹੋਈ ਪ੍ਰੀਤ ਉਹਨਾਂ ਦੀ ਹੀ ਫਿਰ ਸਮਝੋ ਜੀ, ਜੋ ਕਿ ਮਾਇਆਵੀ ਵਿਕਾਰਾਂ ਵਿੱਚ ਫਸੇ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਅਸੀਂ ਗੁਰੂਆਂ ਦੀ ਦੱਸੀ ਹੋਈ ਜੁਗਤੀ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਾਡੀ ਗੁਰਬਾਣੀ ਉੱਤੇ ਅਸੀਂ ਅਮਲ ਕਰੀਏ, ਤਾਂ ਫਿਰ ਜਿਸ ਤਰ੍ਹਾਂ ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਦੱਸਦੇ ਹਨ, ਤੂੰ ਹੀ ਗ੍ਰਹਿ ਤੂੰ ਹੀ ਬਨ ਦੀ ਆਵਾਜ਼
ਗੂੰਜ ਪਾਉਂਦੀ ਹੈ ਜੀ। ਜੋ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹੈ ਜੀ। ਸੋ ਇਸ ਸ਼ਬਦ ਦੀ ਇਸ ਪੰਕਤੀ ਵਿੱਚ ਜਿਸ ਤਰ੍ਹਾਂ ਗੁਰੂ ਜੀ ਫਿਰ ਦੱਸਦੇ ਹਨ ਕਿ ਗੁਰ ਟੁੱਟੀ ਲੈ ਜੋਰੀ, ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਦੋਂ ਅਸੀਂ ਅਪਣਾਉਂਦੇ ਹਾਂ ਅਤੇ ਫਿਰ ਸਾਡੀ ਟੁੱਟੀ ਹੋਈ ਡੋਰੀ ਜਿਹੜੀ ਉਹ ਪਰਮੇਸ਼ਰ ਜੋੜ ਦਿੰਦਾ ਹੈ ਜੀ। ਗੁਰ ਟੁੱਟੀ ਲੈ ਜੋਰੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।